ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਤੁਸੀਂ ਵੇਖ ਰਹੇ ਹੋ ਕਥਾ ਗੁਰਬਾਣੀ ਵਿਚਾਰ। ਸੰਗਤ ਜੀ, ਗੁਰੂ ਗੋਬਿੰਦ ਸਿੰਘ ਜੀ ਦੇ ਬਚਨ ਹਨ ਕਿ ਗਰੀਬ ਦਾ ਮੂੰਹ ਹੀ ਮੇਰਾ ਗੋਲਕ ਹੈ। ਅਸੀਂ ਉਸ ਤੋਂ ਉਲਟ ਚੱਲਦੇ ਹਾਂ। ਕਿਸੇ ਗਰੀਬ ਦਾ ਘਰ ਭਰਨ ਤੋਂ ਇਲਾਵਾ ਅਸੀਂ ਗੁਰਦੁਆਰੇ ਮੰਦਿਰਾਂ ਨੂੰ ਭਰਨ ਲਈ ਅੱਗੇ ਆਉਂਦੇ ਰਹਿੰਦੇ ਹਾਂ। ਸੋ ਸੰਗਤ ਜੀ, ਸਾਨੂੰ ਗੁਰੂ ਗੋਬਿੰਦ ਸਿੰਘ ਜੀ ਦੇ ਬਚਨਾਂ 'ਤੇ ਚੱਲਣਾ ਚਾਹੀਦਾ ਹੈ। ਜੇ ਅਸੀਂ ਕਿਸੇ ਦੀ ਗਰੀਬ ਦੀ ਮਦਦ ਕਰਨ ਦੇ ਯੋਗ ਹਾਂ ਤੇ ਸਾਨੂੰ ਪਿੱਛੇ ਨਹੀਂ ਹਟਣਾ ਚਾਹੀਦਾ, ਕਿਉਂਕਿ ਗੁਰੂ ਹੀ ਸਾਨੂੰ ਦੇਣ ਵਾਲਾ ਹੈ, ਨਾ ਕਿ ਅਸੀਂ ਗੁਰੂ ਨੂੰ। ਪਰਮਾਤਮਾ ਸਭ ਨੂੰ ਦਿੰਦਾ ਹੈ। ਜੇ ਉਹ ਸਾਡੇ ਤੋਂ ਕਿਸੇ ਦੀ ਮਦਦ ਕਰਾਉਣਾ ਚਾਹੁੰਦਾ ਹੈ ਤਾਂ ਸਾਨੂੰ ਪਿੱਛੇ ਨਹੀਂ ਹਟਣਾ ਚਾਹੀਦਾ। ਅਜਿਹੀ ਹੀ ਸੱਚੀ ਕਹਾਣੀ ਤੁਹਾਡੇ ਸਾਹਮਣੇ ਪੇਸ਼ ਕਰਨ ਲੱਗੇ ਹਾਂ। ਜੇ ਦਾਸ ਕੋਲੋਂ ਕੋਈ ਭੁੱਲਣਾ ਹੋ ਜੇ ਤਾਂ ਦਾਸ ਨੂੰ ਮਾफ़ ਕਰਨਾ। ਇੱਕ ਵਾਰ ਇੱਕ ਬਜ਼ੁਰਗ ਔਰਤ ਬੰਤੋ, ਉਸ ਦੀ ਉਮਰ 50 ਕੁ ਸਾਲ ਸੀ। ਉਸ ਦਾ ਇੱਕ ਪੁੱਤ ਸੀ। ਉਹ ਘਰਾਂ ਵਿੱਚ ਗੋਹਾ ਕੂੜਾ ਕਰਦੀ ਸੀ ਤੇ ਬੰਤੋ ਦਾ ਮੁੰਡਾ ਦਿਹਾੜੀਆਂ ਕਰਦਾ ਸੀ। ਘਰ ਵਾਲਾ ਕੁਝ ਵਰ੍ਹੇ ਪਹਿਲਾਂ ਦਿਹਾੜੀ ਕਰਦਾ ਬੋਰ ਥੱਲੇ ਦੱਬ ਗਿਆ ਅਤੇ ਇਸ ਦੁਨੀਆ ਤੋਂ ਚਲਾ ਗਿਆ। ਬੇਸ਼ੱਕ ਘਰ ਦੀ ਹਾਲਤ ਕੋਈ ਬਹੁਤ ਚੰਗੀ ਨਹੀਂ ਸੀ। ਗਰੀਬੀ ਦਾ ਜੀਵਨ ਜਿਉਂਦੇ ਵੀ ਉਹਨਾਂ ਦੇ ਮਨ ਸੰਤੁਸ਼ਟੀ ਸੀ। ਬੰਤੋ ਅਕਸਰ ਹੀ ਕਹਿੰਦੀ ਰਹਿੰਦੀ, ਸ਼ੁਕਰ ਹੈ ਮਾਲਕ ਨੇ ਜੋ ਕੁਝ ਦਿੱਤਾ ਹੈ। ਕਈਆਂ ਕੋਲ ਤਾਂ ਸਿਰ ਉੱਤੇ ਛੱਤ ਵੀ ਨਹੀਂ, ਘੱਟੋ ਘੱਟ 2 ਕਮਰੇ ਤਾਂ ਹਨ। ਕੀ ਹੋਇਆ ਜੇ ਕੱਚੇ ਨੇ, ਹੌਲੀ ਹੌਲੀ ਪੱਕੇ ਵੀ ਹੋ ਜਾਣਗੇ। ਸ਼ਾਮ ਦਾ ਵੇਲਾ ਸੀ। ਬੰਤੋ ਘਰ ਦਾ ਕੰਮਕਾਰ ਕਰ ਰਹੀ ਸੀ ਕਿ ਅਚਾਨਕ ਭੱਜਿਆ ਭੱਜਿਆ ਗੁਆਂਢੀਆਂ ਦਾ ਮੁੰਡਾ ਆਇਆ ਤੇ ਇੱਕੋ ਸਾਹ ਬੋਲਣ ਲੱਗ ਪਿਆ, ਤਾਈ ਤਾਈ, ਆਪਣੇ ਤਾਰੀ ਦਾ ਐਕਸੀਡੈਂਟ ਹੋ ਗਿਆ ਹੈ। ਅੱਗੋਂ ਕਹਿੰਦੀ, ਹਾਏ ਵੇ, ਆ ਕੀ ਹੋ ਗਿਆ? ਕੀ ਪਾਣਾ ਵਰਤ ਗਿਆ? ਬੰਤੋ ਦੇ ਮੂੰਹੋਂ ਹੂਕ ਨਿਕਲ ਗਈ। ਤਾਈ, ਆਪਣਾ ਤਾਰੀ ਸਾਈਕਲ ਤੇ ਕੰਮ ਤੋਂ ਮੁੜ ਹੀ ਰਿਹਾ ਸੀ ਕਿ ਰਾਹ ਵਿੱਚ ਕਿਸੇ ਸ਼ਰਾਬੀ ਨੇ ਗੱਡੀ ਮਾਰੀ ਤੇ ਤਾਰੀ ਕਾਫੀ ਜ਼ਖਮੀ ਹੋ ਗਿਆ। ਗੁਆਂਢੀਆਂ ਦੇ ਮੁੰਡੇ ਨੇ ਜਵਾਬ ਦਿੱਤਾ। ਗੁਆਂਢੀਆਂ ਦਾ ਮੁੰਡਾ ਅਤੇ ਬੰਤੋ ਸ਼ਹਿਰ ਦੇ ਹਸਪਤਾਲ ਲਈ ਚੱਲ ਪਏ, ਜਿੱਥੇ ਤਾਰੀ ਦੇ ਇਲਾਜ ਚੱਲ ਰਿਹਾ ਸੀ। ਡਾਕਟਰ ਨਾਲ ਜਾ ਕੇ ਗੱਲ ਕਰੀ ਤਾਂ ਡਾਕਟਰ ਕਹਿੰਦਾ, ਸਿਰ ਵਿੱਚ ਕਾਫੀ ਸੱਟ ਲੱਗੀ ਹੋਈ ਹੈ, ਕੋਈ ਤਿੱਖੀ ਚੀਜ਼ ਸਿਰ ਵਿੱਚ ਖੁੱਭ ਚੁੱਕੀ ਹੈ, ਇਸ ਲਈ ਕੱਲ੍ਹ ਆਪਰੇਸ਼ਨ ਕਰਨਾ ਪਏਗਾ। ਆਪਰੇਸ਼ਨ ਦਾ ਖਰਚਾ ਲਗਭਗ 1 ਲੱਖ ਰੁਪਏ ਹੋਵੇਗਾ। ਬੰਤੋ ਦੇ ਪੈਰਾਂ ਹੇਠੋਂ ਜ਼ਮੀਨ ਨਿਕਲ ਗਈ। ਉਹ ਸੋਚ ਰਹੀ ਸੀ ਕਿ ਇੰਨਾ ਪੈਸਾ ਆਊਗਾ ਕਿੱਥੋਂ? ਅਸੀਂ ਤਾਂ ਸਾਰੀ ਉਮਰ 'ਚ ਕਦੇ ਇੰਨੇ ਇਕੱਠੇ ਪੈਸੇ ਵੇਖੇ ਹੀ ਨਹੀਂ। ਫਿਰ ਬੰਤੋ ਦੇ ਮਨ ਵਿੱਚ ਆਈ ਕਿ ਜਿਸ ਸਰਦਾਰ ਸੋਹਣ ਸਿੰਘ ਦੇ ਘਰ ਵਿੱਚ ਉਹ ਕੰਮ ਕਰਦੀ ਹੈ, ਉਸ ਤੋਂ ਮੰਗ ਸਕਦੀ ਹੈ। ਨਾਲੇ ਅੱਜ ਕੱਲ੍ਹ ਤਾਂ ਉਹਨਾਂ ਦਾ ਮੁੰਡਾ ਵੀ ਬਾਹਰਲੇ ਮੁਲਕੋਂ ਆਇਆ ਹੋਇਆ ਹੈ, ਸ਼ਾਇਦ ਉਹੀ ਮਦਦ ਕਰ ਦੇਣ। ਬੰਤੋ ਰਾਤੋਂ ਰਾਤ ਪਿੰਡ ਵਾਪਸ ਪਰਤਾਈ ਤੇ ਸਵੇਰੇ ਸਵੇਰੇ ਸਰਦਾਰਾਂ ਦੇ ਘਰ ਚਲੀ ਗਈ। ਬੰਤੋ ਨੇ ਸਾਰੀ ਗੱਲ ਦੱਸੀ ਤੇ ਪੈਸਿਆਂ ਦੀ ਮੰਗ ਕੀਤੀ। ਅੱਗੋਂ ਕਹਿੰਦੇ, ਦੇਖ ਬੰਤੋ, ਅਸੀਂ ਸਮਝ ਸਕਦੇ ਹਾਂ ਤੇਰਾ ਦੁੱਖ ਬਹੁਤ ਵੱਡਾ ਹੈ, ਅਸੀਂ ਤੇਰੀ ਮਦਦ ਵੀ ਕਰ ਸਕਦੇ ਹਾਂ, ਪਰ ਇਸ ਵਾਰ ਹੱਥ ਬਹੁਤ ਤੰਗ ਹੈ। ਮੁੰਡੇ ਦੇ ਬਾਹਰ ਪੱਕੇ ਹੋਣ ਲਈ ਅਸੀਂ ਸੁਖੀ ਹੋਈ ਸੀ ਕਿ ਗੁਰੂ ਘਰ ਦੇ ਗੁੰਬਦ 'ਤੇ ਸੋਨਾ ਚੜ੍ਹਾਉਣ ਦੀ ਸੇਵਾ ਵਿੱਚ ਹਿੱਸਾ ਪਾਵਾਂਗੇ। ਪੈਸੇ ਤਾਂ ਘਰ ਪਏ ਨੇ, ਪਰ ਲਗਭਗ 2 ਲੱਖ ਤਾਂ ਸੋਨੇ ਲਈ ਕੱਢਿਆ ਸੀ। ਹੁਣ ਚੁੱਕੇ ਹੋਏ ਪੈਸਿਆਂ 'ਚੋਂ ਤਾਂ ਤੈਨੂੰ ਦੇ ਨਹੀਂ ਸਕਦੇ। ਅਸੀਂ ਤਾਂ ਅੱਜ ਚੱਲੇ ਸੀ ਸੋਨਾ ਲੈਣ। ਸਰਦਾਰ ਨੇ ਲੰਬਾ ਸਾਰਾ ਧਾਰਮਿਕ ਰੰਗਤ ਨਾਲ ਭਰਿਆ ਜਵਾਬ ਦੇ ਦਿੱਤਾ ਤੇ ਬੰਤੋ ਨੂੰ ਮੋੜ ਦਿੱਤਾ। ਬੰਤੋ ਨੇ ਹਰ ਇੱਕ ਬੰਦੇ ਅੱਗੇ ਹੱਥ ਅੱਡਿਆ, ਪਰ ਗਰੀਬ ਨੂੰ ਕੌਣ ਪੈਸੇ ਦਿੰਦਾ ਹੈ? ਹਰ ਕੋਈ ਇਹੀ ਸੋਚ ਜਾਂਦਾ ਹੈ ਕਿ ਇਹਨੇ ਕਿਹੜਾ ਮੋੜਨੇ ਹਨ। ਥੱਕ ਹਾਰ ਬੰਤੋ ਹਸਪਤਾਲ ਵਾਪਸ ਮੁੜ ਗਈ ਤੇ ਰੋਂਦੀ ਕਰਲਾਉਂਦੀ ਡਾਕਟਰ ਅੱਗੇ ਵਾਸਤੇ ਪਾਉਣ ਲੱਗੀ ਕਿ ਇੱਕ ਵਾਰ ਆਪਰੇਸ਼ਨ ਕਰ ਦੇ, ਮੈਂ ਸਾਰੀ ਉਮਰ ਤੇਰੇ ਘਰ ਮੁਫਤ 'ਚ ਕੰਮ ਕਰੂੰਗੀ, ਮੇਰਾ ਇੱਕੋ ਇੱਕ ਸਹਾਰਾ ਬਚਾ ਲੈ। ਪਰ ਡਾਕਟਰ ਵੀ ਇੱਕ ਵਪਾਰੀ ਦੀ ਤਰ੍ਹਾਂ ਸਿੱਧਾ ਕਹਿ ਗਿਆ, ਮਾਤਾ ਜੀ, ਇਲਾਜ ਤਾਂ ਫੇਰ ਹੀ ਹੋਊ ਜੇ ਪਹਿਲਾਂ ਪੈਸੇ ਜਮ੍ਹਾਂ ਕਰਾਓਗੇ। ਬੰਤੋ ਦੀ ਹੁਣ ਕੋਈ ਵਸ ਨਹੀਂ ਚੱਲ ਰਹੀ ਸੀ। ਉਸ ਮੁੰਡੇ ਦੇ ਕਮਰੇ
ਬਾਹਰ ਬੈਠੇ ਰੱਬ ਅੱਗੇ ਅਰਦਾਸਾਂ ਕਰਨ ਲੱਗੀ ਕਿ ਹੇ ਮਾਲਕਾ, ਮੇਰੇ ਮੁੰਡੇ ਨੂੰ ਬਚਾ ਲੈ। ਮੈਂ ਸਦਾ ਤੇਰੀ ਰਜ਼ਾ ਵਿੱਚ ਖੁਸ਼ ਰਹੀ ਹਾਂ, ਪਰ ਇੱਕ ਵਾਰ ਮੇਰੀ ਰਜ਼ਾ ਮੰਨ ਲੈ, ਮੇਰੇ ਮੁੰਡੇ ਨੂੰ ਬਚਾ ਲੈ। ਬੰਤੋ ਬੈਠੀ ਅਰਦਾਸਾਂ ਕਰ ਰਹੀ ਸੀ ਕਿ ਗੁਆਂਢੀਆਂ ਦਾ ਮੁੰਡਾ ਅੱਖਾਂ ਭਰੀ ਆ ਕੇ ਬੋਲਿਆ, ਚੱਲ ਤਾਈ ਘਰ ਚੱਲੀਏ, ਸਾਡੀ ਰੱਬ ਵੀ ਨਹੀਂ ਸੁਣਦਾ, ਵੀਰਾ ਨਹੀਂ ਰਿਹਾ। ਬੰਤੋ ਦੀਆਂ ਤਾਹਾਂ ਅੱਗੇ ਜੇ ਰੱਬ ਖੁਦ ਵੀ ਖੜਾ ਹੁੰਦਾ, ਸ਼ਾਇਦ ਉਹਦੀ ਵੀ ਭੁੱਬ ਨਿਕਲ ਜਾਂਦੀ। ਬੰਤੋ ਆਪਣੇ ਮੁੰਡੇ ਦੇ ਸਰੀਰ ਨੂੰ ਲੈ ਕੇ ਘਰ ਪਹੁੰਚ ਗਈ ਤੇ ਮੁੰਡਿਆਂ ਨੇ ਉਸਦੇ ਸਰੀਰ ਨੂੰ ਇੱਕ ਮੰਜੇ ਤੇ ਰੱਖਿਆ ਤੇ ਹੋਰ ਪਿੰਡ ਵਾਸੀ ਵੀ ਅਫਸੋਸ ਜ਼ਾਹਿਰ ਕਰਨ ਲਈ ਇਕੱਠੇ ਹੋਣ ਲੱਗੇ ਤੇ ਬੰਤੋ ਦੇ ਘਰ ਕਹਿਰ ਦੀਆਂ ਚੀਕਾਂ ਵੱਜ ਰਹੀਆਂ ਸਨ। ਬੰਤੋ ਦੇ ਕੀਰਨੇ ਸਭ ਦਾ ਕਲੇਜਾ ਪਾੜ ਰਹੇ ਸਨ ਕਿ ਅਚਾਨਕ ਪਿੰਡ ਦੇ ਗੁਰੂ ਘਰ ਦਾ ਸਪੀਕਰ ਚੱਲਿਆ ਤੇ ਪਾਠੀ ਨੇ ਅਨਾਉਂਸਮੈਂਟ ਕੀਤੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਭਾਈ, ਕੱਲ੍ਹ ਗੁਰੂ ਘਰ ਦੇ ਗੁੰਬਦ ਉੱਪਰ ਸੋਨਾ ਚੜ੍ਹਾਇਆ ਜਾਣਾ ਹੈ। ਜੋ ਸੋਨੇ ਦੀ ਕਮੀ ਸੀ ਉਹ ਸਰਦਾਰ ਸੋਹਣ ਸਿੰਘ ਹੋਣਾ ਨੇ ਮੁੰਡੇ ਦੇ ਬਾਹਰ ਪੱਕੇ ਹੋਣ ਦੀ ਖੁਸ਼ੀ ਵਿੱਚ ਅੱਜ 2 ਲੱਖ ਦਾ ਸੋਨਾ ਚੜ੍ਹਾ ਕੇ ਪੂਰੀ ਕਰ ਦਿੱਤੀ ਹੈ। ਕੱਲ੍ਹ ਸਭ ਨੇ ਸੇਵਾ ਵਿੱਚ ਹਿੱਸਾ ਪਾਉਣਾ ਹੈ ਤੇ ਸਮੂਹ ਨਿਵਾਸੀਆਂ ਨੇ ਗੁਰੂ ਘਰ ਦੀਆਂ ਮਿਹਰਾਂ ਪ੍ਰਾਪਤ ਕਰਨੀਆਂ ਹਨ। ਇੱਕ ਪਾਸੇ ਬੰਤੋ ਇਲਾਜ ਨਾ ਹੋਣ ਕਰਕੇ ਆਪਣੇ ਪੁੱਤਰ ਦੇ ਸਰੀਰ ਨੂੰ ਦੇਖ ਰਹੀ ਸੀ ਤੇ ਦੂਜੇ ਪਾਸੇ ਕੰਨਾਂ ਵਿੱਚ ਪੈ ਰਹੀ ਗ੍ਰੰਥੀ ਦੀ ਆਵਾਜ਼ ਨੂੰ ਸੁਣ ਰਹੀ ਸੀ ਤੇ ਮਨੋ ਮਨ ਸੋਚ ਰਹੀ ਸੀ ਕਿ ਕਿੰਨਾ ਫਰਕ ਹੈ ਬਾਬੇ ਨਾਨਕ ਦੀ ਬਾਣੀ ਵਿੱਚ ਤੇ ਅੱਜ ਦੇ ਸਿੱਖਾਂ ਦੀ ਕਰਨੀ ਵਿੱਚ। ਸੋਨੇ ਦਾ ਗੁੰਬਦ ਜ਼ਿਆਦਾ ਕੀਮਤੀ ਸੀ ਜਾਂ ਮੇਰੇ ਪੁੱਤ ਦੀ ਜਾਨ। ਸੋ ਸੰਗਤ ਜੀ, ਇਸੇ ਕਰਕੇ ਗੁਰੂ ਗੋਬਿੰਦ ਸਿੰਘ ਜੀ ਕਹਿ ਗਏ ਸਨ ਕਿ ਗਰੀਬ ਦਾ ਮੂੰਹ ਹੀ ਮੇਰੀ ਗੋਲਕ ਹੈ। ਸੋ ਜਿੰਨੀ ਹੋ ਸਕੇ ਸਾਨੂੰ ਜ਼ਰੂਰਤਮੰਦਾਂ ਦੀ ਲੋੜਾਂ ਪੂਰੀਆਂ ਕਰਨੀਆਂ ਚਾਹੀਦੀਆਂ ਹਨ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।